ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੇ ਆਪਣੇ ਆਨਲਾਈਨ ਸ਼ਰਾਬ ਲਾਇਸੈਂਸ ਫਾਰਮ ਨੂੰ ਹਟਾ ਦਿੱਤਾ ਹੈ। ਗੱਲਾਂ ਬਾਤਾਂ, ਪ੍ਰੋਟੈਸਟ, ਧਰਨੇ ਦਿੱਲੀ ਹੋ ਰਿਹਾ, ਗ੍ਰਿਫਤਾਰੀਆਂ ਦਿੱਲੀ ਤੇ ਸ਼ਰਾਬ ਆਨਲਾਈਨ ਜਿਹੜਾ ਸ਼ਰਾਬ ਵਾਲਾ ਲਾਇਸੈਂਸ ਫਾਰਮ ਹੈ, ਉਹ ਇੱਥੇ ਪੰਜਾਬ 'ਚ ਹਟਾਤਾ ਸ਼ਰਮਾ ਜੀ। ਰਮੀਨ ਜੀ, ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਜਿੱਦਣ ਦੀ ਦਿੱਲੀ ਐਕਸਾਈਜ਼ ਪਾਲਿਸੀ ਵਿਵਾਦਾਂ 'ਚ ਆਈ ਹੈ, ਉਸ ਦਿਨ ਦੀ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲਾਗੂ ਕਰਨ ਵਾਲੇ, ਲਿਆਉਣ ਵਾਲੇ, ਇੱਥੇ ਉਸ ਦੇ ਅਨੁਸਾਰ ਕੰਮ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਫਿਕਰਮੰਦੀ ਪਈ ਹੈ, ਚਾਹੇ ਉਦਯੋਗਪਤੀ ਨੇ, ਚਾਹੇ ਉਹ ਅਫਸਰ ਨੇ, ਤੇ ਚਾਹੇ ਉਹ ਮੰਤਰੀ ਤੇ ਐਮਐਲਏ। ਸਰਕਾਰ, ਪੰਜਾਬ ਸਰਕਾਰ ਇਸ ਗੱਲੋਂ ਡਰੀ ਹੋਈ ਹੈ, ਫਿਕਰਮੰਦੀ ਚੋਂ ਹੈ। ਉਹਦੇ ਕਈ ਪਹਿਲੂ ਨੇ। ਇੱਕ ਪਹਿਲੂ ਤਾਂ ਹੈ ਸਿਰਸਾ ਵੱਲੋਂ ਕੀਤੀ ਹੋਈ ਸ਼ਿਕਾਇਤ। ਠੀਕ ਹੈ। ਮਨਜਿੰਦਰ ਸਿਰਸਾ ਦੀ ਸ਼ਿਕਾਇਤ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਤੱਥਾਂ ਦੇ ਆਧਾਰ ਦੇ ਵਿੱਚ ਕੋਰਟ ਕਚਹਿਰੀਆਂ ਦੇ ਵਿੱਚ ਫਾਈਲਾਂ ਚੱਲ ਰਹੀ ਆ, ਜਿਹਦੇ ਤਹਿਤ ਸੁਣਵਾਈਆਂ ਵੀ ਹੋ ਰਹੀਆਂ। ਉਹਨੇ ਪਹਿਲਾਂ ਹੀ ਕਈ ਅਧਿਕਾਰੀਆਂ ਦੇ ਨਾਮ, ਖਾਸੇ ਨਾਮ ਉਹ 'ਚ ਪਾ ਕੇ ਤੱਥ ਰੱਖੇ ਉਹਨੇ ਕਿ ਦੇਖੋ ਜੀ ਇੱਥੇ ਤਾਂ ਇਹ ਕੁਝ ਹੋ ਰਿਹਾ। ਉਹਦੀ ਸ਼ਿਕਾਇਤ 'ਚ ਈਡੀ ਦੇ ਕੋਲ ਬਕਾਇਦਾ ਉਹ ਪੈਂਡਿੰਗ ਪਈ ਹੈ। ਸੋ ਉਸ ਮਾਮਲੇ ਨੂੰ ਲੈ ਕੇ ਹੁਣ ਹੈ ਕਿ ਉਹ ਸ਼ਾਇਦ ਉਹ ਫਾਈਲਾਂ ਖੁੱਲ ਸਕਦੀਆਂ ਨੇ। ਸਿਰਸੇ ਨੂੰ ਜੇਕਰ ਹਰੀ ਝੰਡੀ ਭਾਜਪਾ ਤੋਂ ਮਿਲਦੀ ਹੈ ਜਾਂ ਈਡੀ ਨੂੰ ਹਰੀ ਝੰਡੀ ਭਾਜਪਾ ਤੋਂ ਮਿਲਦੀ ਹੈ ਕਿ ਸਰਸੇ ਵਾਲੀਆਂ ਫਾਈਲਾਂ ਖੋਲ ਲਓ, ਤਾਂ ਮਨਜਿੰਦਰ ਸਿੰਘ ਸਰਸੇ ਦੀਆਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਵੀ ਪੰਜਾਬ ਦੀ ਅਫਸਰਸ਼ਾਹੀ ਨਿਸ਼ਾਨੇ ਤੇ ਆ ਸਕਦੀ ਹੈ। ਫਿਰ ਇੱਧਰ ਹੁਣ ਮਜੀਠੀਆ ਵੀ ਬੋਲ ਰਹੇ ਨੇ, ਹੁਣ ਵਿਰੋਧੀ ਧਿਰ ਦੇ ਆਗੂ ਹੈ ਨਾ, ਮਤਲਬ ਬਾਜਵਾ ਵੀ ਬੋਲ ਰਹੇ ਨੇ। ਸੋ ਇਸ ਲਈ ਇਹ ਸਾਰੇ ਪਹਿਲੂਆਂ ਦੇ ਉੱਤੇ ਵੀ ਹੁਣ ਉਹਨੂੰ ਬੋਲਣ ਦਾ ਮੌਕਾ ਹੈ। ਬੀਜੇਪੀ ਵਾਲੇ ਵੀ ਬੋਲਣ ਲੱਗੇ। ਸੋ ਇਹ ਮੌਕਾ ਦਿੱਤਾ ਉਸ ਪਾਲਿਸੀ ਨੇ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਸਾਲ ਜੁਲਾਈ 'ਚ ਲਿਆਂਦੀ ਸੀ। ਤੁਸੀਂ ਇਹ ਦੇਖੋ ਕਿ ਜੁਲਾਈ ਮਹੀਨੇ 'ਚ 1 ਜੁਲਾਈ ਨੂੰ ਇਹ ਲਾਗੂ ਹੁੰਦੀ ਆ ਜੀ, ਔਰ ਜੁਲਾਈ 2022 ਦੇ ਵਿੱਚ ਉਸੇ ਮਹੀਨੇ 'ਚ ਹਾਈ ਕੋਰਟ 'ਚ ਇਹਨੂੰ ਚੁਣੌਤੀ ਦਿੱਤੀ ਜਾਂਦੀ ਹੈ। ਠੀਕ ਹੈ। ਮਤਲਬ ਚੰਦ ਦਿਨਾਂ ਬਾਅਦ, ਇਹ ਜੁਲਾਈ ਮਹੀਨੇ ਦੀ 1 ਤਰੀਕ ਨੂੰ ਪਾਲਿਸੀ ਪੰਜਾਬ 'ਚ ਲਿਆਂਦੀ ਜਾਵੇ ਦਿੱਲੀ ਤੋਂ, ਤੇ ਚੰਦ ਦਿਨਾਂ ਬਾਅਦ ਇਹਨੂੰ ਚੁਣੌਤੀ ਦੇ ਦਿੱਤੀ ਜਾਵੇ। ਸੋ ਇੱਥੇ ਦਾ ਛੋਟਾ, ਕਿਉਂਕਿ ਕਾਰਨ ਪ੍ਰਵੀਨ ਜੀ ਇਹਦੇ ਪਿੱਛੇ ਆਧਾਰ ਇਹ ਖੜਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੀ ਸੀ ਕਿ ਐਕਸਾਈਜ਼ ਪਾਲਿਸੀ ਜਿਹੀ ਲਿਆਵਾਂਗੇ ਜਿਹਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੂਗਾ, ਹੈ ਨਾ, ਪੰਜਾਬ ਦੀ ਸਰਕਾਰ 'ਚ ਵੀ ਵਾਧਾ ਹੋ ਜਾਊਗਾ, ਛੋਟਿਆਂ ਨੂੰ ਕਾਰੋਬਾਰ ਵੀ ਮਿਲੂਗਾ। ਪਰ ਕਹਿੰਦੇ ਕਿ ਇੱਥੇ ਲੈ ਦੇ ਕੇ ਦੋ ਬੰਦਿਆਂ ਦੇ ਹੱਥ। ਕਿਸੇ ਸਮੇਂ ਪੌਂਟੀ ਚੱਡਾ ਹੁੰਦੀ ਸੀ ਪੰਜਾਬ 'ਚ, ਕਿ ਸਾਰਾ ਹੀ ਸ਼ਰਾਬ ਦਾ ਕਾਰੋਬਾਰ ਪੌਂਟੀ ਚੱਡਾ ਨੂੰ ਦੇਤਾ। ਹੁਣ ਉਸੇ ਤਰ੍ਹਾਂ ਕਹਿੰਦੇ ਦੋ ਕਨਾਮ ਨੇ, ਦੋ ਕਨਾਮਾਂ ਦੇ ਹਵਾਲੇ ਪੰਜਾਬ ਦਾ ਸਾਰਾ ਕੁਝ ਸ਼ਰਾਬ ਵਾਲਾ ਸੌਂਪਤਾ, ਤੇ ਉਹਨੂੰ ਲੈ ਕੇ ਸਵਾਲ ਖੜਾ ਹੋ ਗਿਆ। ਤੇ ਇਹਦੇ ਵਿੱਚ ਮਤਲਬ ਕਿ ਜੀਰੇ ਵਾਲਾ ਮਾਮਲਾ ਵੀ ਹੁਣ ਕਹਿੰਦੇ ਨਹੀਂ ਜੀ, ਪੋਲਿਊਸ਼ਨ ਕੰਟਰੋਲ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ ਜੀ, ਜੀਰਾ ਸ਼ਰਾਬ ਫੈਕਟਰੀ ਨੂੰ ਲਾਇਸੈਂਸ ਰਿਵਿਊ ਨਹੀਂ ਕੀਤਾ। ਭਾਈ ਲਾਇਸੈਂਸ ਦੁਆਰਾ ਰਿਨਿਊ ਕਰਨ ਦਾ ਮਾਮਲਾ ਥੋੜਾ ਸੀ, ਮਾਮਲਾ ਤਾਂ ਸ਼ਰਾਬ ਦੀ ਫੈਕਟਰੀ ਬੰਦ ਕਰਨ ਦਾ ਸੀ। ਸੋ ਅਜੇ ਤੱਕ ਤੁਸੀਂ ਪੂਰਨ ਪਾਬੰਦੀ ਨਹੀਂ ਲਾਈ, ਸ਼ਰਾਬ ਦੀ ਫੈਕਟਰੀ ਬੰਦ ਕਰਨ ਦਾ ਐਲਾਨ ਕਰਕੇ ਬੰਦ ਨਹੀਂ ਕੀਤੀ, ਉੱਥੇ ਸ਼ੱਕ ਖੜੇ ਨੇ। ਸੋ ਇਸੇ ਤਰ੍ਹਾਂ ਦਾ ਮਾਮਲਾ ਇਹਦੇ ਵਿੱਚ ਖੜਾ ਕਿ ਤੁਸੀਂ ਦੋ ਬੰਦਿਆਂ ਦੇ ਹਵਾਲੇ ਸੌਂਪ ਦਿੱਤੀ ਕਿ ਪੰਜਾਬ ਦੀ ਸਾਰੀ ਥੋਕ ਸ਼ਰਾਬ ਕਾਰੋਬਾਰੀ, ਤੇ ਜਿਹੜੇ ਸ਼ਰਾਬ ਦੇ ਠੇਕਿਆਂ ਦਾ ਹੈ ਹੁਣ ਉਹੀ ਨੇ, ਆਪਣੀ ਮਰਜ਼ੀ ਦੀ ਸ਼ਰਾਬ ਹੀ ਰੱਖਦੇ ਨੇ। ਜਿਹੜੇ ਬ੍ਰਾਂਡ ਲੋਕ ਚਾਹੁੰਦੇ ਨੇ ਨਹੀਂ ਮਿਲਦੇ, ਜਦੋਂ ਕਿ ਅਸੀਂ ਸ਼ਰਾਬ ਪੀਣ ਦੇ, ਵਰਤਾਉਣ ਦੇ ਹੱਕ 'ਚ ਨਹੀਂ ਹੈਗੇ ਜੀ, ਪਰ ਉਹਦੇ ਬਾਵਜੂਦ ਜਿਹੜਾ ਪੈਸੇ ਖਰਚ ਕੇ ਪੀਣ ਜਾਂਦਾ, ਜਿਹਨੂੰ ਲੱਗਦਾ ਕਿ ਜ਼ਹਿਰ ਪੀਣੀ ਹੈ ਮੈਂ, ਤਾਂ ਫਿਰ ਅਗਲਾ ਕਹਿੰਦਾ ਆਪਣੀ ਪਸੰਦ ਦੀ ਪੀਣੀ ਹੈ, ਫਿਰ ਉਹ ਵੀ ਨਹੀਂ ਮਿਲਦੀ, ਕਿਉਂਕਿ ਜਿਹਨਾਂ ਕੋਲ ਹੈ ਅਗਲੇ ਕਹਿੰਦੇ ਅਸੀਂ ਆਪਣੇ ਵਾਲਾ ਮਾਲ ਹੀ ਵੇਚਣਾ। ਸੋ ਇਹ ਸਾਰੇ ਪਹਿਲੂ ਤਾਂ ਚੱਲੇ ਰਹੇ ਸੀ ਵਿਵਾਦ ਦੇ ਵਿੱਚ, ਕਿ ਅਚਾਨਕ ਦਿੱਲੀ ਦੇ ਵਿੱਚ ਇਹ ਕਾਂਡ ਹੋ ਗਿਆ ਕਿ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋ ਗਈ। ਔਰ ਪ੍ਰਵੀਨ ਜੀ, ਤੁਸੀਂ ਹੈਰਾਨ ਹੋਵੋਗੇ ਕਿ ਉਧਰ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੁੰਦੀ ਹੈ, ਔਰ ਇੱਧਰ ਰੂਟੀਨ ਦੇ ਵਿੱਚ ਜਿਵੇਂ ਤੈਅ ਸੀ ਉਵੇਂ ਹੀ ਪੰਜਾਬ ਸਰਕਾਰ ਦੀ ਵੈਬਸਾਈਟ ਦੇ ਉੱਤੇ ਆਨਲਾਈਨ ਸ਼ਰਾਬ ਲਾਇਸੈਂਸ ਲੈਣ ਵਾਲਾ ਫਾਰਮ ਅਪਲੋਡ ਹੁੰਦਾ। ਠੀਕ ਹੈ। ਤੇ ਜਦੋਂ ਫਾਰਮ ਅਪਲੋਡ ਹੁੰਦਾ ਤਦੇ ਤਸੱਲੀ ਮਚਦੀ ਅਫਸਰਾਂ ਅਧਿਕਾਰੀਆਂ 'ਚ, ਕਿਉਂਕਿ ਉਹ ਤੈਅ ਸ਼ਡਿਊਲ ਪਹਿਲਾਂ ਬਣਿਆ ਹੁੰਦਾ ਨਾ ਕਿ ਇੰਨੀ ਤਰੀਕ ਨੂੰ ਆਹ ਕਰਨਾ ਉਹ ਕਰਨਾ, ਉਹਦੇ ਤਹਿਤ ਜਿਹਦੀ ਡਿਊਟੀ ਲਾਈ ਹੋਣੀ ਉਹਨੇ ਕਰਤਾ। ਤੇ ਇੱਧਰ ਤਸੱਲੀ ਮਚ ਗਈ ਕਿ ਨਾ ਭਰਾ, ਪਹਿਲਾਂ ਹੀ ਫਸਿਆ, ਪਹਿਲਾਂ ਹੀ ਨਿਸ਼ਾਨੇ ਤੇ ਆ, ਤੂੰ ਆ ਰੋਕ, ਤੇ ਜਦੇ ਦੂਏ ਦਿਨ ਵਾਪਸ ਲੈ ਲਿਆ ਉਹ ਫਾਰਮ। ਠੀਕ ਹੈ। ਹੁਣ ਉਹ ਵੈਬਸਾਈਟ ਤੋਂ ਗਾਇਬ ਹੋ ਗਿਆ ਫਾਰਮ। ਸੋ ਕਿਉਂ ਵਾਪਸ ਲਿਆ ਫਿਰ? ਇਹ ਉਸੇ ਤਰ੍ਹਾਂ ਦਾ ਸ਼ੰਕਾ ਸ਼ੋਭੇ ਖੜੇ ਹੁੰਦੇ ਨੇ, ਜਿਵੇਂ ਦਿੱਲੀ ਦੇ ਵਿੱਚ ਉਸ ਐਕਸਾਈਜ਼ ਪਾਲਿਸੀ ਨੂੰ ਲੈ ਕੇ ਗੋਗਾ ਗਾਇਆ, ਜਿਹਨੂੰ ਲੈ ਕੇ ਅੱਜ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੈ, ਪਰ ਉਹ ਫਿਰ ਵਾਪਸ ਵੀ ਲੈ ਲਈ। ਸੋ ਉਸੇ ਤਰ੍ਹਾਂ ਇੱਥੇ ਫਾਰਮ ਜੇ ਤੁਸੀਂ ਲਾਗੂ ਕਰਤਾ, ਤੁਹਾਡੀ ਪਾਲਿਸੀ ਵਧੀਆ ਏ, ਤਾਂ ਤੁਸੀਂ ਫਾਰਮ ਫਿਰ ਵਾਪਸ ਕਿਉਂ ਲੈ ਰਹੇ ਹੋ? ਸੋ ਇਸ ਲਈ ਇਹ ਚੀਜ਼ ਨੇ ਖਾਸਾ ਕੁਝ ਮਤਲਬ ਸੰਕੇਤ ਕਰ ਦਿੱਤਾ ਪੰਜਾਬ ਦੇ ਅਫਸਰਾਂ ਤੋਂ। ਪਹਿਲਾਂ ਹੀ ਪੁੱਛਗਿੱਛ ਦੋ ਵੱਡੇ ਅਫਸਰਾਂ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਆ, ਤੇ ਹੁਣ ਉਮੀਦ ਕੀਤੀ ਜਾ ਰਹੀ ਹੈ, ਚਾਹੇ ਉਹ ਸਰਸੇ ਦੇ ਹਵਾਲੇ ਨਾਲ ਹੋਵੇ, ਚਾਹੇ ਬੀਜੇਪੀ ਸਥਾਨਕ ਬੀਜੇਪੀ ਚਾਹੁੰਦੀ ਹੋਵੇ, ਚਾਹੇ ਜਿਵੇਂ ਕੇਜਰੀਵਾਲ ਨੂੰ ਲੈ ਕੇ ਡਰ ਰਹੀ ਹੈ ਭਾਜਪਾ, ਉਸ ਨੂੰ ਲੈ ਕੇ ਹੋਵੇ, ਚਾਹੇ ਹੁਣ ਅਧਿਕਾਰੀਆਂ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਈਡੀ ਕੋਲ ਦਿੱਲੀ ਦੇ ਹਵਾਲੇ ਨਾਲ ਕੁਝ ਇੱਥੇ ਸ਼ਰਾਬ ਕਾਰੋਬਾਰੀਆਂ ਦੇ ਤੱਥਾਂ ਦੇ ਹਵਾਲੇ ਨਾਲ ਹੋਵੇ। ਸੋ ਇਹ ਫਾਈਲ ਇੰਨੀ ਮੋਟੀ ਹੋ ਗਿਆ ਕਿ ਸੋ ਹੁਣ ਫਰੋਲਾ ਫਰਾਲੀ ਪੰਜਾਬ ਦੀ ਵੀ ਐਕਸਾਈਜ਼ ਪਾਲਿਸੀ ਦੇ ਹਵਾਲੇ ਨਾਲ ਅਧਿਕਾਰੀਆਂ ਦੀ, ਮੰਤਰੀਆਂ ਸੰਤਰੀਆਂ ਦੀ ਕਦੇ ਵੀ ਹੋ ਸਕਦੀ ਆ। ਇਸ ਨੂੰ ਲੈ ਕੇ ਖੌਫ ਵੀ ਹੈ ਸਰਕਾਰ ਦੇ ਵਿੱਚ, ਔਰ ਜਿਹਦਾ ਅਸਰ ਆ ਫਾਰਮ ਵਾਪਸ ਲੈਣ ਦੇ ਰੂਪ 'ਚ ਦਿਖਣ ਵੀ ਲੱਗਿਆ। ਜੀ